ਪਿਛਲਾ ਪਾਰਟ ਸੀਰੀਅਸ ਨੇ ਲਾਸਟ ਪਾਰਟ ਹੋਣਾ ਸੀਗਾ, ਬਟ ਆਈ ਡੋਂਟ ਨੋ ਵਾਈ ਕਿ ਆਪਣੇ ਆਪ ਹੀ ਬੰਦ ਹੋ ਜਾਂਦੀ ਹੈ ਰਿਕਾਰਡਿੰਗ। ਮੈਂ ਅੱਗੇ ਕੰਟੀਨਿਊ ਕਰਨਾ ਹੁੰਦਾ ਹੈਗਾ, ਠੀਕ ਹੈ, ਉਹ ਆਪਣੇ ਆਪ ਹੀ ਵਿੱਚ ਬੰਦ ਹੋ ਜਾਂਦੀ ਹੈ। ਚਲੋ, ਅਗਰ ਤੁਹਾਨੂੰ ਇੱਥੇ ਨਹੀਂ ਕਹਾਣੀ ਸਮਝ ਆਈ ਜਿਹੜੀ ਮੈਂ ਹੁਣ ਸ਼ੁਰੂ ਕਰਨ ਵਾਲੀ ਹੈ, ਤਾਂ ਪਲੀਜ਼ ਪਿਛਲਾ ਪਾਰਟ ਦੇਖ ਲਿਓ, ਤਾਂ ਤੁਹਾਨੂੰ ਬਹੁਤ ਜ਼ਿਆਦਾ ਕਲੀਅਰ ਹੋਊਗੀ, ਰਾਈਟ। become too expensive for the farmers. If these hybrids are made into apomix, ਠੀਕ ਹੈ, ਜੇ ਆਪਾਂ ਹਾਈਬ੍ਰਿਡਸ ਨੂੰ ਐਪੋਮਿਕਸ ਦੇ ਵਿੱਚ ਕਨਵਰਟ ਕਰ ਦਈਏ, ਮਤਲਬ ਜਿਹੜੇ ਸੀਡਸ ਪ੍ਰੋਡਿਊਸ ਹੋਣ ਵਿਦਆਊਟ ਫਰਟੀਲਾਈਜੇਸ਼ਨ ਪ੍ਰੋਡਿਊਸ ਹੋਣ, ਬਿਲਕੁਲ ਹੀ ਆਪਦੇ ਪੈਰੈਂਟ ਦੀ ਤਰ੍ਹਾਂ ਆਇਡੈਂਟੀਕਲ ਹੋਣ, ਤਾਂ ਹਾਈਬ੍ਰਿਡ ਕੈਰੈਕਟਰਸ ਜਿਹੜੇ ਸੈਗਰੀਗੇਟ ਨਹੀਂ ਕਰਨਗੇ, ਹਾਈਬ੍ਰਿਡ ਕੈਰੈਕਟਰਸ ਹੀ ਅੱਗੇ ਮੇਨਟੇਨ ਰਹਿਣਗੇ, ਰਾਈਟ। ਦੇਰ ਇਜ਼ ਨੋ ਸੈਗਰੀਗੇਸ਼ਨ ਆਫ ਕੈਰੈਕਟਰਸ ਇਨ ਦ ਹਾਈਬ੍ਰਿਡ ਪ੍ਰੋਜਨ, ਠੀਕ ਹੈ, ਹਾਈਬ੍ਰਿਡ ਪ੍ਰੋਜਨ ਦੇ ਵਿੱਚ ਕੋਈ ਵੀ segregation नहीं होगी characters की. Then the farmers can keep on using the hybrid seeds to raise new crop year after year, and he does not ਨੀਡ ਟੂ ਬਾਈ ਹਾਈਬ੍ਰਿਡ ਸੀਡਸ ਐਵਰੀ ਈਅਰ, ਠੀਕ ਹੈ। ਤਾਂ ਫਿਰ ਜਿਹੜੇ ਫਾਰਮਰਸ ਨੇ, ਠੀਕ ਹੈ, ਉਹ ਹਾਈਬ੍ਰਿਡ ਸੀਡਸ ਨੂੰ ਯੂਜ਼ ਕਰ ਸਕਦੇ ਆ ਅਗਲੇ ਸਾਲ ਕੀ ਮਤਲਬ ਆਏ ਸਾਲ ਜਿਹੜਾ ਹੈਗਾ ਕ੍ਰੌਪ ਨੂੰ ਗਰੋ ਕਰਨ ਦੇ ਲਈ, ਠੀਕ ਹੈ। ਪ੍ਰੈਜ਼ੈਂਟਲੀ ਮੈਂ ਆਈ ਐਮ ਫਰੋਮ ਪੰਜਾਬ, ਠੀਕ ਹੈ, due to which I am speaking ਪੰਜਾਬੀ, ਰਾਈਟ। ਇੱਥੇ ਕੀ ਹੁੰਦਾ ਕਿ ਆਪਾਂ ਨੇ ਆਪ ਗਰੋ ਕੀਤਾ, ਜਿਹੜੇ ਵੀ ਪਲਾਂਟਸ ਹੋਏ ਉਹਦੇ ਵਿੱਚੋਂ ਜਿਹੜਾ ਆਪਾਂ ਕੁਛ ਨਾ ਕੁਛ ਪਾਰਟ ਜਿਹੜਾ ਰੱਖ ਲੈਂਦੇ ਹਾਂ ਫੋਰ ਮਤਲਬ ਆਪਣੇ ਖਾਣੇ ਖੂਣੇ ਲਈ, ਡੰਗਰਾਂ ਦੇ ਦਾਣੇ ਦੂਣੇ ਲਈ, ਰਾਈਟ, ਠੀਕ ਹੈ। ਬਾਕੀ ਦਾ ਪਾਰਟ ਜਿਹੜਾ ਆਇਆ ਸਾਰਾ ਦਾ ਸਾਰਾ ਆਪਾਂ ਵੇਚ ਦਿੰਦੇ ਹਾਂ ਮੰਡੀ ਦੇ ਵਿੱਚ, ਠੀਕ ਹੈ। ਉਹ ਬਾਕੀ ਐਕਸਪੋਰਟ ਹੁੰਦਾ ਹੈਗਾ ਟੂ ਅਦਰ ਸਟੇਟਸ, ਠੀਕ ਹੈ, ਉਹਨਾਂ ਨੂੰ ਅਨਾਜ ਪ੍ਰੋਵਾਈਡ ਹੁੰਦਾ ਉੱਥੋਂ, ਠੀਕ ਹੈ। ਬਟ ਪਹਿਲਾਂ ਕੀ ਹੁੰਦਾ ਟ੍ਰੈਡੀਸ਼ਨਲ ਫਾਰਮਿੰਗ ਦੇ ਵਿੱਚ ਕੀ ਹੁੰਦਾ ਸੀ ਕਿ ਆਪਾਂ ਸੋ ਕਰਦੇ ਸੀਗੇ, ਠੀਕ ਹੈ, ਸੋ ਕਰਦੇ ਸੀ, ਉਹਦੇ ਵਿੱਚੋਂ ਕੁਝ ਆਪਾਂ ਖਾਣ ਲਈ ਰੱਖ ਲੈਂਦੇ ਸੀ ਅਤੇ ਕੁਝ ਆਪਾਂ ਸੋ ਕਰਨ ਦੇ ਲਈ ਰੱਖ ਲੈਂਦੇ ਸੀਗੇ, ਠੀਕ ਹੈ। ਉਦੋਂ ਆਪਾਂ ਨੂੰ ਵੱਧ ਰੀਲ ਐਂਡ ਆਲ ਤੋਂ ਪੈਸੇ ਤੋਂ ਵੱਧ ਪੈਸੇ ਤੋਂ ਉਹਨੂੰ, ਠੀਕ ਹੈ, ਕੋਈ ਫਰਕ ਨਹੀਂ ਪੈਂਦਾ ਸੀਗਾ, ਠੀਕ ਹੈ। ਅਤੇ ਹੁਣ ਆਪਾਂ ਇਹਦੇ ਵਿੱਚੋਂ ਸੋ ਕਰਨ ਦੇ ਲਈ ਕੋਈ ਸੀਡਸ ਨਹੀਂ ਰੱਖ ਸਕਦੇ। ਕਿਉਂ ਨਹੀਂ ਰੱਖ ਸਕਦੇ? ਕਿਉਂਕਿ ਅਨਡਿਜ਼ਾਇਰੇਬਲ ਕੈਰੈਕਟਰਸ ਅੱਗੇ ਆਉਣਗੇ, ਵੱਧ ਝਾੜ ਨਹੀਂ ਨਿਕਲੂਗਾ, ਆਪਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਊਗਾ। ਇਸ ਕਰਕੇ ਆਪਾਂ ਨੂੰ ਆਏ ਸਾਲ ਜਿਹੜੇ ਨਵੇਂ ਸੀਡਸ ਖਰੀਦਣੇ ਪੈਂਦੇ ਆ, ਠੀਕ ਹੈ। ਅਤੇ ਹਰ ਵਾਰ ਇੱਦਾਂ ਬਹੁਤ ਵਾਰੀ ਇੱਦਾਂ ਵੀ ਹੁੰਦਾ ਕਿ ਹਾਈਬ੍ਰਿਡ ਸੀਡਸ ਅੱਗੇ ਗਰੋ ਹੀ ਨਹੀਂ ਕਰਦੇ, ਠੀਕ ਹੈ। ਹਾਈਬ੍ਰਿਡ ਸੀਡਸ ਅੱਗੇ ਦੇ ਡੂ ਨੋਟ ਗਰੋ ਬਿਕੋਜ਼ ਉਹ ਆਈ ਡੋਂਟ ਨੋ ਕਿ ਉਹਨਾਂ ਦੇ ਵਿੱਚ ਅਨਡਿਜ਼ਾਇਰੇਬਲ ਕੈਰੈਕਟਰਸ ਇੰਨੇ ਜ਼ਿਆਦਾ ਉੱਭਰ ਕੇ ਆ ਜਾਂਦੇ ਆ ਕਿ ਉਹਨਾਂ ਨੂੰ ਗਰੋ ਵੀ ਨਹੀਂ ਹੋਣ ਦਿੰਦੇ, ਠੀਕ ਹੈ। ਉਹ ਆਪਦੀ ਫੇਵਰੇਬਲ ਕਲਾਈਮੇਟ ਦੇ ਵਿੱਚ, ਫੇਵਰੇਬਲ ਕੰਡੀਸ਼ਨਸ ਦੇ ਵਿੱਚ ਵੀ ਨਹੀਂ ਗਰੋ ਕਰ ਪਾਉਂਦੇ, ਠੀਕ ਹੈ। ਅਤੇ ਬਹੁਤ ਸਾਰੀ ਜਿਹੜੀ ਇੱਦਾਂ ਦੇ ਅਨਡਿਜ਼ਾਇਰੇਬਲ ਕੈਰੈਕਟਰਸ ਆਪਾਂ ਨੂੰ ਅੱਗੇ ਦੇਖਣ ਨੂੰ ਮਿਲਦੀ ਕਿ ਉਹਨਾਂ ਦੇ ਵਿੱਚ ਬਹੁਤ ਬਿਮਾਰੀਆਂ ਹੋ ਜਾਂਦੀਆਂ ਨੇ। ਇਸ ਕਰਕੇ ਆਪਾਂ ਹਾਈਬ੍ਰਿਡ ਸੀਡਸ ਨੂੰ ਨਹੀਂ ਸੋ ਕਰਦੇ ਅਤੇ ਆਏ ਸਾਲ ਨਵੇਂ ਸੀਡਸ ਖਰੀਦਦੇ ਹਾਂ, ਠੀਕ ਹੈ। ਬਟ ਜੇ ਆਪਾਂ ਹਾਈਬ੍ਰਿਡ ਪਲਾਂਟਸ ਨੂੰ ਆਪੋਮਿਕਸ ਬਣਾ ਦਈਏ, ਉਹਨਾਂ ਦੇ ਵਿੱਚ ਆਪੋਮਿਕਸਿਸ ਵਾਲੀ ਜਿਹੜੀ ਕੈਰੈਕਟਰਿਸਟਿਕ ਆ ਉਹ ਲੈ ਆਈਏ, ਠੀਕ ਹੈ, ਤਾਂ ਕੀ ਹੋਊਗਾ? ਤਾਂ ਹਾਈਬ੍ਰਿਡਸ ਨੇ ਇਹਨਾਂ ਦੇ ਵਿੱਚ ਤਾਂ ਜਿਹੜੇ ਸੀਡਸ ਹੋਣਗੇ ਉਹ ਵਿਦਆਊਟ ਫਰਟੀਲਾਈਜੇਸ਼ਨ ਪ੍ਰੋਡਿਊਸ ਹੋਣਗੇ, ਰਾਈਟ। ਉਹ ਬਿਲਕੁਲ ਹੀ ਆਇਡੈਂਟੀਕਲ ਹੋਣਗੇ ਪੈਰੈਂਟ ਦੀ ਤਰ੍ਹਾਂ। ਤਾਂ ਪੈਰੈਂਟ ਤਾਂ ਬਹੁਤ ਚੰਗਾ ਸੀ, ਉਹ ਤਾਂ ਉਹੀ ਜਿਹਾ ਸੀ ਜਿਹੜਾ ਆਪਾਂ ਨੂੰ ਚਾਹੀਦਾ ਸੀ, ਉਹਦੇ ਵਿੱਚ ਸਾਰੇ ਉਹੀ ਦੇ ਕੈਰੈਕਟਰਿਸਟਿਕ ਸੀਗੇ। ਅਤੇ ਜੇ ਬੱਚਿਆਂ ਦੇ ਵਿੱਚ ਵੀ ਬਿਲਕੁਲ ਪੈਰੈਂਟ ਵਾਲੇ ਕੈਰੈਕਟਰਿਸਟਿਕ ਹੋਣ ਤਾਂ ਕਿੰਨਾ ਚੰਗਾ ਹੋ ਜਾਊਗਾ। ਤਾਂ ਜਿਹੜਾ ਫਾਰਮਰ ਆ ਉਹ ਇਹਨਾਂ ਦੇ ਵਿੱਚੋਂ ਹੀ ਸੀਡਸ ਜਿਹੜੇ ਆ ਅਗਲੇ ਸਾਲ ਸੋ ਕਰਨ ਦੇ ਵਿੱਚ ਵੀ ਲਈ ਵੀ ਸਾਂਭ ਕੇ ਰੱਖ ਸਕਦਾ, ਠੀਕ ਹੈ। ਉਹਨੂੰ ਨੈਕਸਟ ਸੀਜ਼ਨ ਦੇ ਵਿੱਚ ਪਲਾਂਟ ਗਰੋ ਕਰਨ ਦੇ ਲਈ ਨਵੇਂ ਸੀਡਸ ਨਹੀਂ ਖਰੀਦਣੇ ਪੈਣਗੇ, ਅਤੇ ਇਹਦੇ ਨਾਲ ਉਹਦੀ ਜਿਹੜੀ ਕੋਸਟ ਆ ਉਹ ਬਹੁਤ ਜ਼ਿਆਦਾ ਰਿਡਿਊਸ ਹੋਊਗੀ, ਠੀਕ ਆ, ਅਤੇ ਉਹਨੂੰ ਮੁਨਾਫਾ ਹੋਰ ਵੀ ਜ਼ਿਆਦਾ ਹੋਊਗਾ। ਬਟ ਕਾਰਪੋਰੇਟ ਵਿਲ ਨਾਟ ਡਿਜ਼ਾਇਰ ਇਟ, ਠੀਕ ਆ। ਉਹ ਨਹੀਂ ਚਾਹੂਗਾ ਕਿ ਫਾਰਮਰ ਨੂੰ ਵੱਧ ਮੁਨਾਫਾ ਹੋਵੇ, ਠੀਕ ਹੈ, ਕਿਉਂਕਿ ਵੱਧ ਕੇ ਆਵੇ। ਬਟ ਇਹ ਚੀਜ਼ ਆਉਣੀ ਚਾਹੀਦੀ ਹੈ, ਠੀਕ ਹੈ, ਐਪੋਮਿਕਸਿਸ ਹੋਣੀ ਚਾਹੀਦੀ ਆ। ਪ੍ਰੈਜ਼ੈਂਟਲੀ ਜਿਹੜੀਆਂ ਕਾਫੀ ਸਾਰੀਆਂ ਵੈਰਾਇਟੀਜ਼ ਨੇ ਉਹ ਡਿਸਕਵਰੀ ਵੀ ਹੋ ਚੁੱਕੀਆਂ ਨੇ, ਠੀਕ ਹੈ, ਐਪੋਮਿਕਸਿਸ ਦੀਆਂ। ਆਈ ਥਿੰਕ ਵੀਟ ਦੇ ਵਿੱਚ ਹੋ ਗਈਆਂ ਨੇ, ਬਟ ਰਾਈਸ ਦੇ ਵਿੱਚ ਹਜੇ ਵੀ ਕਰ ਰਹੇ ਆ। ਬਟ ਆਈ ਡੋਂਟ ਨੋ ਵਾਈ ਕਿ ਐਪੋਮਿਕਟ ਸੀਡਸ ਵੇਚੇ ਕਿਉਂ ਨਹੀਂ ਜਾ ਰਹੇ। ਆਈ ਨੋ ਬਟ ਆਈ ਡੋਂਟ ਵਾਂਟ ਟੂ ਸਪੀਕ, ਓਕੇ, ਠੀਕ ਹੈ। ਵੈਰਾਇਟੀਜ਼ ਡਿਸਕਵਰ ਹੋ ਚੁੱਕੀਆਂ ਨੇ, ਐਪੋਮਿਕਟ ਸੀਡਸ ਪ੍ਰੈਜ਼ੈਂਟਲੀ ਆਰ ਡਿਸਕਵਰਡ ਆਫ ਵੀਟ particularly, ਠੀਕ ਹੈ, ਰਾਈਸ ਦੇ ਵਿੱਚ ਨਹੀਂ ਹੋਏ, ਠੀਕ ਹੈ। ਬਟ ਦੇ ਆਰ ਨਾਟ ਸੋਲਡ, ਦੇ ਆਰ ਨਾਟ ਗਿਵਨ ਟੂ ਫਾਰਮਰਸ, ਕਿਉਂਕਿ ਜੇ ਫਾਰਮਰ ਇਹ ਐਪੋਮੈਟਿਕ ਸੀਡਸ ਫਾਰਮਰ ਦੇ ਹੱਥ ਲੱਗਣਾ ਮੀਨਸ ਇੱਕ ਖਜ਼ਾਨਾ ਹੱਥ ਲੱਗਣਾ, ਐਂਡ ਦ ਕਾਰਪੋਰੇਟ ਐਂਡ ਦ ਗਵਰਨਮੈਂਟ ਵਿਲ ਨੈਵਰ ਐਵਰ ਡਿਜ਼ਾਇਰ ਇਟ, ਠੀਕ ਆ। ਕਿਉਂਕਿ ਐਪੋਮੈਟਿਕ ਸੀਡਸ ਆ ਜਾਣਗੇ ਤਾਂ ਆਏ ਸਾਲ ਜਿਹੜਾ ਫਾਰਮਰ ਆ ਉਹਨੂੰ ਕੀ ਆ ਸੀਡਸ ਨਹੀਂ ਖਰੀਦਣੇ ਪੈਣਗੇ ਮਹਿੰਗੇ ਮਹਿੰਗੇ, ਅਤੇ ਜੇ ਉਹਨੂੰ ਮਹਿੰਗੇ ਮਹਿੰਗੇ ਸੀਡਸ ਨਹੀਂ ਖਰੀਦਣੇ ਪੈਣਗੇ ਤਾਂ ਖਰਚਾ ਕਿੱਥੇ ਹੋਊਗਾ? ਉਹਨੂੰ ਤਾਂ ਬਹੁਤ ਮੁਨਾਫਾ ਹੋ ਜਾਊਗਾ। ਫਾਰਮਰ ਜਿਹੜਾ ਆ ਉਹ ਬਹੁਤ ਜ਼ਿਆਦਾ ਅਮੀਰ ਹੋ ਜਾਊਗਾ, ਠੀਕ ਹੈ। ਗਰੀਬ ਫਾਰਮਰ ਵੀ ਮਤਲਬ ਵੱਧ ਜ਼ਮੀਨ ਵਾਲੇ ਫਾਰਮਰ ਤਾਂ ਉਹ ਜਿਹੇ ਵੀ ਅਮੀਰ ਆ, ਠੀਕ ਹੈ, ਉਹਨਾਂ ਨੂੰ ਤਾਂ ਬਹੁਤ ਮੁਨਾਫਾ ਹੁੰਦਾ। ਬਟ ਘੱਟ ਖੇਤੀ ਵਾਲਾ ਫਾਰਮਰ ਹੋ ਗਿਆ, ਕਈ ਵਾਰੀ ਇੰਨਾ ਹੋ ਜਾਂਦਾ ਨਾ ਕਿ ਉਹਨਾਂ ਨੂੰ
ਉਹਨਾਂ ਦਾ ਫਸਲ ਵੇਚ ਕੇ ਕੀ ਆ ਘੱਟ ਪੈਸੇ ਮਿਲਦੇ ਬਟ ਉਹਨਾਂ ਨੂੰ ਅਗਲੇ ਸਾਲ ਨਵੇਂ ਸੀਡਸ ਪੈਸਟੀਸਾਈਡਸ ਵਗੈਰਾ ਖਰੀਦਣ ਦੇ ਲਈ ਨਾ ਬਹੁਤ ਜ਼ਿਆਦਾ ਪੈਸੇ ਖਰਚਣੇ ਪੈਂਦੇ ਅਤੇ ਉਹ ਕਰਜ਼ੇ ਦੇ ਵਿੱਚ ਡੁੱਬ ਜਾਂਦਾ ਗਾ। ਬਟ ਐਪ ਸਿਰਫ ਅਤੇ ਸਿਰਫ ਇੱਕ ਚੀਜ਼ ਨਾਲ ਐਪੋਮੈਟਿਕ ਸੀਡਸ ਦੀ ਕਾਰਡ ਦੇ ਨਾਲ ਹੀ ਗਰੀਬ ਫਾਰਮਰਾਂ ਨੂੰ ਬਹੁਤ ਫਾਇਦਾ ਹੋ ਸਕਦਾ ਅਤੇ ਉਹ ਵੀ ਬਹੁਤ ਅਮੀਰ ਹੋ ਸਕਦੇ ਆ ਰਾਈਟ। ਬਟ क्या कर सकते हैं because of this because of the importance of apomixes in hybrid seed industry, active research is going on many laboratories around the world to understand the genetics of apomixes and to transfer apomictic genes into hybrid varieties। ठीक है ਤੇ ਇਸ ਕਰਕੇ apomixes ਦੀ ਇਸ ਯੂ ਕੈਨ ਸੇ ਮੁਨਾਫੇ ਕਰਕੇ ਹੈ ਨਾ ਬਾਹਰਲੇ ਦੇਸ਼ਾਂ ਦੇ ਵਿੱਚ ਤਾਂ ਹੋ ਹੀ ਗਿਆ ਹੋਣਾ। ठीक है फार्मर ਜਿਹੜੇ ਉਹ हाइब्रिड चीज नहीं खरीदते होने बट क्या कर सकते हैं इंडिया का। ठीक है ਤੇ ਇਸ ਕਰਕੇ ਰਿਸਰਚ ਚੱਲ ਰਹੀ ਆ ਲੈਬੋਰੇਟਰੀਜ਼ ਦੇ ਵਿੱਚ ਐਪੋਮਿਕਸਿਸ ਦੇ ਉੱਪਰ ਕਿ ਐਪੋਮਿਕਸਿਸ ਕਿਉਂ ਹੁੰਦੀ ਆ ਕਿੰਨਾ ਹਾਰਮੋਨਸ ਕਰਕੇ ਹੁੰਦੀ ਆ ਅਤੇ ਕਿਵੇਂ ਆਪਾਂ ਉਹਨਾਂ ਨੂੰ ਦੂਜੇ ਪਲਾਂਟਸ ਦੇ ਵਿੱਚ ਜਿਹੜੇ ਕਿ ਨੈਚੁਰਲੀ ਐਪੋਮਿਕਟਿਕ ਨਹੀਂ ਹੈਗੇ ਉਹਨਾਂ ਦੇ ਵਿੱਚ ਕਿੱਦਾਂ ਟਰਾਂਸਫਰ ਕਰ ਸਕਦੇ ਆ ਹੈ ਨਾ। ਅਤੇ ਹਾਈਬ੍ਰਿਡ ਵੈਰਾਈਟੀਜ਼ ਦੇ ਵਿੱਚ ਕਿੱਦਾਂ ਟਰਾਂਸਫਰ ਕਰ ਸਕਦੇ ਇਹਦੇ ਉੱਪਰ ਸਟੱਡੀ ਚੱਲ ਰਹੀ ਆ। ਠੀਕ ਹੈ ਐਪੋਮਿਕਟਿਕ ਵੈਰਾਈਟੀਜ਼ ਨੂੰ ਗਰੋ ਕਰਨ ਦੇ ਲਈ ਠੀਕ ਹੈ ਲੈ ਕੇ ਆਉਣ ਦੇ ਲਈ ਕਿਉਂਕਿ ਇਹਦੇ ਨਾਲ ਬਹੁਤ ਮੁਨਾਫਾ ਹੋਊਗਾ ਐਂਡ ਹਾਈਬ੍ਰਿਡ ਸੀਡਸ ਦੀ ਜਿਹੜੀ ਪ੍ਰੋਡਕਸ਼ਨ ਆ ਠੀਕ ਹੈ ਪ੍ਰੋਡਕਸ਼ਨ ਕੋਸਟ ਆ ਉਹ ਵੀ ਘਟੂਗੀ ਨਾ। ਵੈਸੇ ਇਹਦੇ ਵਿੱਚ ਇਹ ਵੀ ਫਾਇਦਾ ਕਿ ਹਾਈਬ੍ਰਿਡ ਸੀਡਸ ਆਈ ਵਾਰੀ ਪ੍ਰੋਡਿਊਸ ਨਹੀਂ ਕਰਨੀ ਪੈਣੀ ਉਹਨਾਂ ਦੀ ਪ੍ਰੋਡਕਸ਼ਨ ਕੋਸਟ ਘਟੂਗੀ ਬਟ ਓਕੇ ਨਾਟ ਟਾਕ ਅਬਾਊਟ ਇਟ। ਸਮਰੀ flowers are the seat of sexual reproduction in angiosperms। ठीक है flower किया oh it could be so ठीक है seeds बेचता कौन आ probably corporate companies। ठीक है ਤਾਂ ਇੱਦਾਂ ਵੀ ਤਾਂ ਹੋ ਸਕਦਾ ਕਿ ਉਹਨਾਂ ਨੇ ਹਾਈਬ੍ਰਿਡ ਵੈਰਾਈਟੀਜ਼ ਦੇ ਵਿੱਚ ਲੈ ਆਏ ਹੋਣ ਉਹ ਲੈ ਆਇਆ ਆਲਰੇਡੀ ਵੀਰ ਦੇ ਵਿੱਚ ਆ ਚੁੱਕਿਆ ਠੀਕ ਹੈ ਬਟ ਫਾਰਮਰ ਤੱਕ ਉਹ ਚੀਜ਼ ਨਹੀਂ ਪਹੁੰਚੀ ਹੈ। ਠੀਕ ਹੈ ਹਾਈਬ੍ਰਿਡ ਵੈਰਾਈਟੀਜ਼ ਦੇ ਵਿੱਚ ਉਹ ਲੈ ਆਏ ਹੋਣ ਐਪੋਮੈਕਟਿਕ ਅਤੇ ਉਹ ਆਈ ਵਾਰੀ ਉਹਨਾਂ ਹਾਈਬ੍ਰਿਡ ਵੈਰਾਈਟੀਜ਼ ਨੂੰ ਖੁਦ ਵੀ ਬੀਜਦੇ ਹੋਣ ਅਤੇ ਉਹਨਾਂ ਦੇ ਵਿੱਚ ਜਿਹੜੇ ਜਿਹੜੇ ਸੀਡਸ ਹੋਣਗੇ ਉਹ ਕਲੈਕਟ ਕਰਕੇ ਉਹੀ ਵੇਚ ਦਿੰਦੇ ਹੋਣ ਉਹੀ ਉਸ ਰੇਟ 'ਤੇ ਜਿਸ ਰੇਟ ਦੇ ਵਿੱਚ ਉਹ ਹਾਈਬ੍ਰਿਡ ਵੈਰਾਈਟੀਜ਼ ਨੂੰ ਜਿੱਦਾਂ ਉਹ ਪਹਿਲਾਂ ਟ੍ਰਡੀਸ਼ਨਲ ਮੈਥਡ ਨਾਲ ਉਹ ਬਣਾਉਂਦੇ ਸੀ ਉਸ ਰੇਟ 'ਤੇ ਮਤਲਬ ਐਪੋਮੈਕਟਿਕ ਸੀਡਸ ਨੂੰ ਵੀ ਜਦ ਕਿ ਉਹਨਾਂ ਦੀ ਪ੍ਰੋਡਕਸ਼ਨ ਕੋਸਟ ਹੈ ਕੁਛ ਨਹੀਂ ਹੈਗੀ ਉਹਨਾਂ ਦੀ ਪ੍ਰੋਡਕਸ਼ਨ ਕੋਸਟ ਐਪੋਮੈਕਟਿਕ ਸੀਡਸ ਦੀ ਰਾਈਟ ਸਿੰਪਲ ਉਹਨਾਂ ਤੁਸੀਂ ਦਾਣਾ ਪਾਣੀ ਦੇਣਾ ਉੱਗ ਜਾਣੇ ਆ। ਠੀਕ ਹੈ ਤੁਹਾਨੂੰ ਕ੍ਰੋਸਿੰਗ ਵਗੈਰਾ ਇੰਨਾ ਝੋਲ ਮਿਲ ਕਰਨ ਦੀ ਤਾਂ ਲੋੜ ਹੀ ਹੈ ਨਹੀਂ ਹੈ ਨਾ। ਤਾਂ ਮਤਲਬ ਐਪੋਮੈਕਟਿਕ ਸੀਡਸ ਨੂੰ ਐਪੋਮੈਕਟਿਕ ਹਾਈਬ੍ਰਿਡ ਸੀਡਸ ਨੂੰ ਉਸ ਕੋਸਟ ਦੇ ਉੱਪਰ ਵੇਚਿਆ ਜਾਂਦਾ ਹੋਵੇ ਫਾਰਮਰਸ ਨੂੰ ਜਿਸ ਕੋਸਟ ਦੇ ਉੱਪਰ ਨੈਚੁਰਲੀ ਨਹੀਂ ਜਿਹੜੇ ਆਰਟੀਫਿਸ਼ੀਅਲੀ ਹਾਈਬ੍ਰਿਡ ਸੀਡਸ ਬਣਾਏ ਜਾਂਦੇ ਆ। ਓ ਮਾਈ ਗॉड ਖੁਲਾਸਾ ਹੋ ਗਿਆ ਚਲੋ ਆਪਾਂ ਲੈ ਕੇ ਆਵਾਂਗੇ ਕੋਈ ਨਹੀਂ ਫਾਰਮਰਸ ਤੱਕ ਐਪੋਮੈਕਟਿਕ ਸੀਡਸ। ਫਲਾਵਰਸ ਆਰ ਦ ਸੀਟ ਆਫ ਸੈਕਸ਼ੂਅਲ ਰਿਪਰੋਡਕਸ਼ਨ ਇਨ ਐਂਜੀਓਸਪਰਮਸ ਜਿਹੜੇ ਫਲਾਵਰ ਆ ਉਹ ਕੀ ਆ ਐਂਜੀਓਸਪਰਮਸ ਦੇ ਵਿੱਚ ਸੈਕਸ਼ੂਅਲ ਰਿਪਰੋਡਕਸ਼ਨ ਦੀ ਸੀਟ ਆ। ਠੀਕ ਆ ਯੂ ਨੋ flowers ਕਰਕੇ flowers ਦੇ ਵਿੱਚ sexual reproduction and all ਹੁੰਦਾ। In the flower, androecium consists of stamens, represents the male organs, male reproductive organs. Gynoecium consisting of pistils represents the female reproductive organ। ਮੇਲ ਰਿਪਰੋਡਕਟਿਵ ਕੌਣ ਹੁੰਦਾ ਔਰਗਨ ਕੌਣ ਹੁੰਦਾ ਐਂਡਰੋਸ਼ੀਅਮ ਤੇ ਐਂਡਰੋਸ਼ੀਅਮ ਦੇ ਵਿੱਚ ਕੀ ਹੁੰਦੇ ਨੇ ਬਹੁਤ ਸਾਰੇ ਸਟੇਮਨਸ ਹੁੰਦੇ ਆ ਤੇ ਫੀਮੇਲ ਰਿਪਰੋਡਕਟਿਵ ਔਰਗਨ ਕੌਣ ਹੁੰਦਾ ਪਲਾਂਟਸ ਦੇ ਵਿੱਚ ਫਲਾਵਰਸ ਦੇ ਵਿੱਚ ਐਡਲਸ ਪਿਸਟਲਸ ਔਰ ਕਾਰਪਲਸ। ਠੀਕ ਹੈ ਵਿਚ ਟੁਗੇਦਰ ਕੰਸਟੀਟਿਊਟ ਦ gynoecium। ਠੀਕ ਹੈ A typical anther is bilobed, diathecous and tetrasporangiate। ठीक है एक typical anther ਕੀ ਹੁੰਦਾ bilobed ਹੁੰਦਾ ਗਾ ਇੱਕ ਟਿਪੀਕਲ ਐਂਥਰ ਕੀ ਹੁੰਦਾ ਬਾਇਲੋਬ ਹੁੰਦਾ ਦੋ ਲੋਬਸ ਹੁੰਦੀਆਂ ਨੇ ਡਾਇਥੀਕਸ ਹੁੰਦਾ ਹਰੇਕ ਲੋਬ ਦੇ ਵਿੱਚ ਦੋ ਥੀਕਾ ਹੁੰਦਾ ਅਤੇ ਇਸ ਕਰਕੇ ਟੈਟਰਾਸਪੋਰੈਂਚੇਟ ਹੁੰਦਾ ਕਿਉਂਕਿ ਟੈਟਰਾਸਪੋਰੈਂਚੇਟ ਰਾਈਟ। ਪੋਲਨ ਗ੍ਰੇਨਸ ਡਿਵੈਲਪ ਇਨਸਾਈਡ ਦਾ ਮਾਈਕਰੋਸਪੋਰੈਂਜੀਆ ਪੋਲਨ ਗ੍ਰੇਨਸ ਕਿਹਦੇ ਅੰਦਰ ਮਾਈਕਰੋਸਪੋਰੈਂਜੀਆ ਦੇ ਅੰਦਰ ਡਿਵੈਲਪ ਕਰਦੇ ਆ। ਮਾਈਕਰੋਸਪੋਰੈਂਜੀਆ ਦੇ ਅੰਦਰ ਪ੍ਰੈਜ਼ੈਂਟ ਕੀ ਹੁੰਦਾ ਮਾਈਕਰੋਸਪੋਰਸ ਅਤੇ ਮਾਈਕਰੋਸਪੋਰਸ ਡਿਵੈਲਪ ਕਾਹਦੇ ਵਿੱਚ ਕਰਦੇ ਆ ਪੋਲਨ ਗ੍ਰੇਨਸ ਦੇ ਵਿੱਚ ਜਦੋਂ ਪੋਲਨ ਗ੍ਰੇਨਸ ਪੂਰੇ ਡਿਵੈਲਪ ਹੋ ਜਾਂਦੇ ਆ ਤਾਂ ਉਹਨਾਂ ਨੂੰ pollen sacs ਕਹਿੰਦੇ ਆਪਾਂ microsporangia ਨੂੰ। Four wall layers the epidermis, endothelium, middle layers and the tapetum surround the microsporangia। microsporangium ਨੂੰ ਚਾਰ wall layers surround ਕਰਦੀਆਂ ਨੇ ਕਿਹੜੀ epidermis, endothelium, middle layer ਤੇ tapetum। Cells of the sporogenous tissue lying in the center of the microsporangium। ਠੀਕ ਹੈ sporogenous tissue ਦੇ ਜਿਹੜੇ ਸਾਰੇ ਦੇ ਸਾਰੇ ਸੈੱਲ ਉਹ ਮਾਈਕਰੋਸਪੋਰਮਾ ਦੇ ਸੈੱਲ ਤੇ ਰਿਐਕਟ ਕਰਦੇ ਆ ਤੇ ਮਿਓਸਿਸ ਕਰਦੇ ਆ ਜਿਹਨੂੰ ਆਪਾਂ ਮਾਈਕਰੋਸਪੋਰੋਜੈਨੇਸਿਸ ਵੀ ਕਹਿ ਸਕਦੇ ਆ। ਠੀਕ ਹੈ ਤੇ ਉਹ ਟੈਟਰਾਸ ਬਣਾਉਂਦੇ ਮਾਈਕਰੋਸਪੋਰਸ ਤੇ ਫਿਰ ਟੈਟਰਾਸ ਜਿਹੜੇ ਆ ਅਲੱਗ ਅਲੱਗ ਹੋ ਜਾਂਦੇ ਆ ਕੈਲਿਸ ਐਨਜ਼ਾਈਮ ਦੇ ਐਕਟ ਦੇ ਨਾਲ ਅਤੇ ਕੈਲਿਸ ਐਨਜ਼ਾਈਮ ਟੇਪਟਮ ਦੇ ਦੁਆਰਾ ਸਿਕਰੀਟ ਕੀਤਾ ਜਾਂਦਾ ਹੈਗਾ ਅਤੇ ਫਿਰ ਉਹਦੇ ਬਾਅਦ ਜਿਹੜੇ ਸਾਰੇ ਮਾਈਕਰੋਸਪੋਰਸ ਨੇ ਪੋਲਨ ਗ੍ਰੇਨਸ ਦੇ ਵਿੱਚ ਡਿਵੈਲਪ ਹੋ ਜਾਂਦੇ ਆ। ਠੀਕ ਹੈ ਫਿਰ ਸਾਰੇ ਮਾਈਕਰੋਸਪੋਰਸ ਜਿਹੜੇ ਪੋਲਨ ਗ੍ਰੇਨਸ ਡਿਵੈਲਪ ਹੋ ਜਾਂਦੇ ਆ। ਪੋਲਨ ਗ੍ਰੇਨਸ ਰਿਪਰੈਜ਼ੈਂਟ ਦ ਮੇਲ ਗਮੀਟੋਫਾਈਟ ਜਨਰੇਸ਼ਨ। ਠੀਕ ਹੈ ਪੋਲਨ ਗ੍ਰੇਨ ਕਿੰਨਾ ਮੇਲ ਗਮੀਟੋਫਾਈਟ ਨੂੰ
ਪੋਲਨ ਗ੍ਰੇਨ ਕਿਹਾ ਜਾਂਦਾ। ਦ ਪੋਲਨ ਗ੍ਰੇਨਸ ਹੈਵ ਅ 2 ਲੇਅਰਡ ਵੋਲ। ਪੋਲਨ ਗ੍ਰੇਨਸ ਦੇ ਕੋਲ 2 ਲੇਅਰਡ ਵੋਲ ਹੁੰਦੀ ਆ, ਆਊਟਰ ਐਕਸਾਈਨ ਤੇ ਇਨਰ ਇਨਟਾਈਨ। ਠੀਕ ਹੈ, ਜਿਹੜੀ ਐਕਸਾਈਨ ਹੁੰਦੀ ਆ ਉਹ ਕਿਹਦੀ ਬਣੀ ਹੁੰਦੀ ਆ, ਸਪੋਰੋਪੋਲਿਨ ਦੀ ਬਣੀ ਹੁੰਦੀ ਆ, ਅਤੇ ਜਿਹੜੀ ਇਨਟਾਈਨ ਹੁੰਦੀ ਆ ਕਿਹਦੀ ਬਣੀ ਹੁੰਦੀ ਆ, ਸੈਲੋਸਪੈਕਟਸ ਦੀ ਬਣੀ ਹੁੰਦੀ ਆ, ਅਤੇ ਜਿਹੜੀ ਐਕਸਾਈਨ ਹੁੰਦੀ ਆ ਉਹ ਕੀ ਆ, ਡਿਸਕੰਟੀਨਿਊਸ ਹੁੰਦੀ ਆ, ਬਿਕੋਜ਼ ਇਹਦੇ ਕੋਲ ਜਰਮ ਪੋਰਸ ਹੁੰਦੀਆਂ ਨੇ ਐਂਡ ਵੇਰੀਅਸ ਪੈਟਰਨਸ ਫਾਰਮ ਕਰਦੀ ਹੈ। ਇਸ ਕਰਕੇ ਆਪਾਂ ਨੂੰ ਪੋਲਨ ਗ੍ਰੇਨਸ ਅਲੱਗ ਅਲੱਗ ਤਰ੍ਹਾਂ ਦੇ ਦਿਖਦੇ ਆ। pollen grains may have 2 cells। ਠੀਕ ਹੈ, pollen grains ਦੇ ਵਿੱਚ 2 ਸੈੱਲ ਵੀ ਹੋ ਸਕਦੇ ਆ, 3 ਸੈੱਲ ਸਟੇਜ ਹੋ ਸਕਦੀ ਹੈ। 60% ਐਂਜੀਓਸਪਰਮਸ ਦੇ ਵਿੱਚ 2 ਸੈੱਲ ਸਟੇਜ ਹੁੰਦੀ ਹੈ ਅਤੇ 40% ਦੇ ਵਿੱਚ 3 ਸੈੱਲ ਸਟੇਜ ਹੁੰਦੀ ਆ। ਠੀਕ ਹੈ, 2 ਸੈੱਲ ਹੋ ਸਕਦੇ, ਇੱਕ ਵੈਜੀਟੇਟਿਵ ਅਤੇ ਇੱਕ ਜਨਰੇਟਿਵ ਸੈੱਲ, ਅਤੇ 3 ਸੈੱਲ ਵੀ ਹੋ ਸਕਦੇ ਆ ਪੋਲਨ ਗ੍ਰੇਨ ਦੇ ਵਿੱਚ, ਇੱਕ ਵੈਜੀਟੇਟਿਵ ਸੈੱਲ ਅਤੇ 2 ਮਿਲ ਗਮੀਟਸ। ਠੀਕ ਹੈ, ਜਦੋਂ ਸ਼ੈੱਡ ਹੁੰਦੇ ਆ ਮਤਲਬ ਐਂਥਰ ਤੋਂ ਬਾਹਰ ਨਿਕਲਦੇ ਆ ਉਸ ਸਮੇਂ ਦੀ ਗੱਲ ਕਰ ਰਹੇ ਹਾਂ। ਐਂਡ ਦੇ ਉੱਪਰ ਤਾਂ ਜਿਹੜੇ ਆ 3 ਸੈੱਲ ਹੀ ਹੁੰਦੇ ਸਾਰਿਆਂ ਦੇ ਵਿੱਚ, ਰਾਈਟ। ਦ ਪਿਸਟਲ ਹੈਜ਼ 3 ਪਾਰਟਸ। ਪਿਸਟਲ ਦੇ ਕੋਲ 3 ਪਾਰਟਸ ਹੁੰਦੇ ਆ, ਸਟਿਗਮਾ, ਸਟਾਈਲ ਐਂਡ ਓਵਰੀ। ਠੀਕ ਹੈ, ਓਵਿਊਲਸ ਜਿਹੜੇ ਆ ਓਵਰੀ ਦੇ ਅੰਦਰ ਪ੍ਰੈਜ਼ੈਂਟ ਹੁੰਦੇ ਆ, ਅਤੇ ਜਿਹੜੇ ਓਵਿਊਲਸ ਨੇ ਉਹਨਾਂ ਦੇ ਕੋਲ ਇੱਕ ਸਟਾਕ ਹੁੰਦੀ ਆ ਜਿਹਦੀ ਹੈਲਪ ਦੇ ਨਾਲ ਉਹ ਉਹਦੇ ਨਾਲ ਪਲਾਸੈਂਟਾ ਦੇ ਨਾਲ ਅਟੈਚ ਹੁੰਦੇ ਆ। ਉਸ ਸਟਾਕ ਨੂੰ ਆਪਾਂ ਕਹਿੰਦੇ ਆ ਫਿਊਨੀਕਲ, ਅਤੇ ਪ੍ਰੋਟੈਕਟਿਵ ਇੰਟੈਗੂਮੈਂਟਸ ਪ੍ਰੈਜ਼ੈਂਟ ਹੁੰਦੇ ਆ ਓਵਿਊਲ ਦੇ ਬਾਹਰ, ਅਤੇ ਇੱਕ ਓਪਨਿੰਗ ਪ੍ਰੈਜ਼ੈਂਟ ਹੁੰਦੀ ਆ ਜਿਹਨੂੰ ਕਿ ਆਪਾਂ ਮਾਈਕਰੋਪਾਈਲ ਕਹਿੰਦੇ ਆ। ਓਪਨਿੰਗ ਉਹ ਜਗ੍ਹਾ ਜਿੱਥੇ ਇੰਟੈਗੂਮੈਂਟਸ ਐਬਸੈਂਟ ਹੁੰਦੇ ਨੇ। ਦ ਸੈਂਟਰਲ ਟਿਸ਼ੂ ਇਜ਼ ਦ ਨਿਊਸੈਲਸ। ਸੈਂਟਰਲ ਟਿਸ਼ੂ ਨਿਊਸੈਲਸ ਹੁੰਦਾ ਹੈਗਾ, ਜਿਹਦੇ ਵਿੱਚ ਜਿਹੜਾ ਆਰਕੇਸਪੋਰੀਅਮ ਆ ਉਹ ਡਿਫਰੈਂਸ਼ੀਏਟ ਕਰਦਾ। ਆਰਕੇਸਪੋਰੀਅਮ, ਠੀਕ ਹੈ, ਨਵਾਂ ਨਾਮ ਆਇਆ ਆਰਕੇਸਪੋਰੀਅਮ। ਠੀਕ ਹੈ, ਇਨ ਵਿੱਚ ਦ ਆਰਕੇਸਪੋਰੀਅਮ ਡਿਫਰੈਂਸ਼ੀਏਟ। ਆਰਕੇਸਪੋਰੀਅਮ ਕਿਹਨੂੰ ਕਿਹਾ ਗਿਆ, ਇਹਦੇ ਮੈਗਾਸਪੋਰ ਮਦਰ ਸੈੱਲ ਨੂੰ ਕਿਹਾ ਗਿਆ। ਠੀਕ ਹੈ, ਯਾਦ ਰੱਖਣਾ ਮੈਗਾਸਪੋਰ ਮਦਰ ਸੈੱਲ ਨੂੰ ਆਰਕੇਸਪੋਰੀਅਮ ਵੀ ਕਿਹਾ ਜਾਂਦਾ। ਵਾਓ। A cell of the archesporium, the megaspore mother cell, divides meiotically and one of the megaspores forms the embryo sac, the female gametophyte। ਫਿਰ ਜਿਹੜਾ ਮੈਗਾਸਪੋਰ ਮਦਰ ਸੈੱਲ ਆ ਉਹ ਮਿਓਟਿਕਲੀ ਡਿਵਾਈਡ ਕਰਦਾ, ਮੈਗਾਸਪੋਰਸ ਬਣਾਉਂਦਾ, 3 ਰੀਜਨਰੇਟ ਹੋ ਜਾਂਦੇ ਆ, ਇੱਕ ਮੈਗਾਸਪੋਰ ਐਂਬਰੀਓ ਸੈਕ ਦੇ ਵਿੱਚ ਡਿਵੈਲਪ ਹੋ ਜਾਂਦਾ, ਅਤੇ ਐਂਬਰੀਓ ਸੈਕ ਨੂੰ ਇਹ ਫੀਮੇਲ ਗੈਮੇਟੋਫਾਈਟ ਕਿਹਾ ਜਾਂਦਾ ਗਾ। ਦ ਮੈਚਰ ਐਂਬਰੀਓ ਸੈਕ ਇਜ਼ 7 ਸੈਲਡ ਅਤੇ 8 ਨਿਊਕਲੀਏਟ। ਜਿਹੜਾ ਮੈਚਰ ਐਂਬਰੀਓ ਸੈਕ ਹੁੰਦਾ ਉਹ 7 ਸੈਲਡ ਐਂਡ 8 ਨਿਊਕਲੀਏਟ ਹੁੰਦਾ ਵਾ। ਐਟ ਦ ਮਾਈਕਰੋਪੈਲਰ ਐਂਡ is the egg apparatus consisting of two synergids and an egg cell। ਠੀਕ ਹੈ, ਅਤੇ ਐਂਬਰੀਓ ਸੈਕ ਦਾ ਜਿਹੜਾ ਮਾਈਕਰੋਪੈਲਰ ਐਂਡ ਹੁੰਦਾ ਉੱਥੇ ਕੀ ਹੁੰਦਾ, ਇੱਕ ਐਗ apparatus ਹੁੰਦਾ ਜਿਹਦੇ ਵਿੱਚ ਕੀ ਹੁੰਦੇ ਆ 2 synergids ਹੁੰਦੇ ਨੇ ਐਂਡ ਇੱਕ ਐਗ ਸੈਲ ਹੁੰਦਾ ਹੈਗਾ, ਅਤੇ ਚਲਾਜ਼ਲ ਐਂਡ ਦੇ ਉੱਪਰ 3 ਐਂਟੀਪੋਡਲਸ ਹੁੰਦੇ ਨੇ। ਠੀਕ ਹੈ, ਅਤੇ ਸੈਂਟਰ ਦੇ ਉੱਪਰ ਇੱਕ ਲਾਰਜ ਸੈਂਟਰ ਦੇ ਵਿੱਚ ਇੱਕ ਲਾਰਜ ਸੈਂਟਰ ਸੈੱਲ ਪ੍ਰੈਜ਼ੈਂਟ ਹੁੰਦਾ ਜਿਹਦੇ ਕੋਲ 2 ਪੋਲਰ ਨਿਊਕਲੀਅਰ ਪ੍ਰੈਜ਼ੈਂਟ ਹੁੰਦੇ ਆ। Pollination is the mechanism to transfer pollen grains from the anther to the stigma। ਠੀਕ ਹੈ, ਪੋਲੀਨੇਸ਼ਨ ਕੀ ਇੱਕ ਮੈਕੈਨਿਜ਼ਮ ਆ ਜਿਹਦੇ ਨਾਲ ਜਿਹੜੇ ਪੋਲਨ ਗ੍ਰੇਨਸ ਨੇ ਉਹ ਐਂਥਰ ਤੋਂ ਸਟਿਗਮਾ ਤੱਕ ਟ੍ਰਾਂਸਫਰ ਹੁੰਦੇ ਆ, ਅਤੇ ਪੋਲੀਨੇਟਿੰਗ ਏਜੰਟਸ ਜਿਹੜੇ ਆ ਮਤਲਬ ਉਹ ਏਜੰਟਸ ਜਿਹੜੇ ਪੋਲੀਨੇਸ਼ਨ ਕਰਾਉਂਦੇ ਆ ਉਹ ਏਬਾਇਓਟਿਕ ਵੀ ਹੋ ਸਕਦੇ ਆ ਅਤੇ ਬਾਇਓਟਿਕ ਵੀ ਹੋ ਸਕਦੇ ਆ। ਏਬਾਇਓਟਿਕ ਜਿੱਦਾਂ ਕਿ ਵਿੰਡ ਐਂਡ ਵਾਟਰ, ਅਤੇ ਬਾਇਓਟਿਕ ਐਨੀਮਲਸ। ਪੋਲਨ ਪਿਸਟਲ ਇੰਟਰੈਕਸ਼ਨ ਦੇ ਵਿੱਚ ਕਾਫੀ ਸਾਰੇ ਇਵੈਂਟਸ ਹੁੰਦੇ ਆ। ਠੀਕ ਹੈ, ਫਰੋਮ ਦ ਲੈਂਡਿੰਗ ਆਫ ਦ ਪੋਲਨ ਅੰਟਿਲ ਦ ਪੋਲਨ ਟਿਊਬ ਐਂਟਰਸ ਦ ਐਂਬਰੀਓ ਸੈਕ। ਠੀਕ ਹੈ, ਠੀਕ ਹੈ, ਸਟਿਗਮਾ ਦੇ ਉੱਪਰ ਪੋਲਨ ਦੀ ਲੈਂਡਿੰਗ ਤੋਂ ਲੈ ਕੇ ਜਦੋਂ ਤੱਕ ਜਿਹੜੀ ਪੋਲਨ ਟਿਊਬ ਐਂਬਰੀਓ ਸੈਕ ਦੇ ਅੰਦਰ ਨਹੀਂ ਵੜ ਜਾਂਦੀ ਉਦੋਂ ਤੱਕ ਜਿੰਨੇ ਵੀ ਇਵੈਂਟਸ ਹੁੰਦੇ ਆ ਪੋਲਨ ਅਤੇ ਪਿਸਟਲ ਦੇ ਵਿੱਚ ਉਹਨਾਂ ਆਪਾਂ ਪੋਲਨ ਪਿਸਟਲ ਇੰਟਰੈਕਸ਼ਨ ਕਹਿੰਦੇ ਆਂਗੇ। ਠੀਕ ਹੈ, ਠੀਕ ਹੈ, ਅਗਰ ਤਾਂ ਪੋਲਨ ਜਿਹੜਾ ਕੰਪੈਟੀਬਲ ਆ ਤਾਂ ਪੋਲਨ ਟਿਊਬ ਜਿਹੜੀ ਆ ਐਂਟਰ ਕਰਦੀ ਹੈ ਐਂਬਰੀਓ ਸੈਕ ਦੇ ਵਿੱਚ, ਜਾਂ ਫਿਰ ਤੁਸੀਂ ਕਹਿ ਸਕਦੇ ਹੋ ਅਗਰ ਪੋਲਨ ਇਨਕੰਪੈਟੀਬਲ ਆ, ਕੰਪੈਟੀਬਲ ਨਹੀਂ ਹੈਗਾ ਹੈ ਨਾ, ਤਾਂ ਪੋਲਨ ਦੇ ਸਟਿਗਮਾ ਦੇ ਉੱਪਰ ਲੈਂਡ ਕਰਨ ਤੋਂ ਲੈ ਕੇ ਪੋਲਨ ਦੀ ਇਨਹੀਬਿਸ਼ਨ ਤੱਕ, ਠੀਕ ਹੈ, ਜਿਹੜੇ ਸਾਰੇ ਇਵੈਂਟਸ ਹੋਣਗੇ ਉਹ ਸਾਰੇ ਨੂੰ ਆਪਾਂ ਪੋਲਨ ਪਿਸਟਲ ਇੰਟਰੈਕਸ਼ਨ ਕਹਾਂਗੇ। ਫੋਲੋਇੰਗ ਕੰਪੈਟੀਬਲ ਪੋਲੀਨੇਸ਼ਨ pollen grains terminates on the stigma and the resulting pollen tube grows through the style under the ovule and finally discharged to male gametes in one of the synergids। ਠੀਕ ਹੈ, ਅਤੇ ਜੇ ਕੰਪੈਟੀਬਲ ਪੋਲੀਨੇਸ਼ਨ ਹੁੰਦੀ ਆ ਤਾਂ ਜਿਹੜੇ ਪੋਲਨ ਗ੍ਰੇਨਸ ਨੇ ਉਹ ਸਟਿਗਮਾ ਦੇ ਉੱਪਰ ਜਰਮੀਨੇਟ ਕਰਦੇ ਨੇ, ਪੋਲਨ ਟਿਊਬ ਗਰੋਥ ਹੁੰਦੀ ਹੈ ਸਟਾਈਲ ਦੇ ਥਰੂ, ਫਿਰ ਉਹਦੇ ਬਾਅਦ ਜਿਹੜੇ ਓਵਿਊਲਸ ਨੇ ਉਹਦੇ ਵਿੱਚ ਜਿਹੜੀ ਪੋਲਨ ਟਿਊਬ ਆ ਉਹ ਐਂਟਰ ਕਰਦੀ ਆ, ਅਤੇ ਫਾਈਨਲੀ 2 ਮੇਲ ਗਮੀਟਸ ਜਿਹੜੇ ਆ ਉਹ ਡਿਸਚਾਰਜ ਹੁੰਦੇ ਨੇ। ਠੀਕ ਹੈ, ਅਤੇ ਇੱਕ ਸਾਈਨਰਜਿਡ ਦੇ ਵਿੱਚ ਦੋਨੋਂ ਮੇਲ ਗਮੀਟ ਸਿਰਫ ਇੱਕੋ ਹੀ ਸਾਈਨਰਜਿਡ ਦੇ ਵਿੱਚ ਆਉਣਗੇ, ਕਿਉਂਕਿ ਪੋਲਨ ਟਿਊਬ ਇੱਕੋ ਹੀ ਸਾਈਨਰਜਿਡ ਦੇ ਵਿੱਚ ਐਂਟਰ ਕਰ ਸਕਦੀ ਹੈ ਅਤੇ ਦੋਨੇ ਮੇਲ ਗਮੀਟ ਇੱਕੋ ਹੀ ਪੋਲਨ ਟਿਊਬ ਦੇ ਅੰਦਰ ਪ੍ਰੈਜ਼ੈਂਟ ਹੁੰਦੇ ਨੇ। ਠੀਕ ਹੈ,
Angiosperms exhibit double fertilization because two fusion events occur in each embryo sac, namely syngamy and triple fusion. Angiosperms ਦੇ ਕੋਲ ਇੱਕ ਯੂਨੀਕ ਕੈਰੈਕਟਰਿਸਟਿਕ ਹੁੰਦੀ ਆ ਜਿਹਨੇ ਕਿ ਆਪਾਂ ਡਬਲ ਫਰਟੀਲਾਈਜੇਸ਼ਨ ਕਹਿੰਦੇ ਆ, ਠੀਕ ਹੈ, ਕਿਉਂਕਿ ਉਹਦੇ ਵਿੱਚ ਕੀ ਹੈ, ਦੋ ਫਿਊਜ਼ਨ ਇਵੈਂਟਸ ਹੁੰਦੇ ਆ, ਠੀਕ ਹੈ, 2 ਵਾਰੀ ਫਿਊਜ਼ਨ ਹੁੰਦੀ ਆ ਹਰ ਇੱਕ ਐਮਬਰੀਓ ਸੈਕ ਦੇ ਵਿੱਚ। ਇੱਕ ਤਾਂ ਸਿੰਗੈਮੀ ਫਿਊਜ਼ਨ ਬਿਟਵੀਨ ਦ ਮੇਲ ਗਮੀਟ, ਫਿਊਜ਼ਨ ਆਫ ਦ ਮੇਲ ਗਮੀਟ ਐਂਡ ਦ egg cell, ਤੇ ਦੂਜੀ ਹੁੰਦੀ ਆ ਟ੍ਰਿਪਲ ਫਿਊਜ਼ਨ, ਦੈਟ ਇਜ਼ ਫਿਊਜ਼ਨ ਆਫ ਦ ਪੋਲਰ ਨਿਊਕਲੀਆ ਐਂਡ ਦ ਮੇਲ ਗਮੀਟ, ਠੀਕ ਹੈ। The products of these fusions are the diploid zygote and the triploid primary endosperm nucleus. The in the primary endosperm cell. ਤੇ ਇਹਨਾਂ ਫਿਊਜ਼ਨਸ ਤੋਂ ਬਾਅਦ ਕੀ ਪ੍ਰੋਡਕਟ ਬਣਦੇ ਆ, ਠੀਕ ਹੈ, ਐਗ ਸੈਲ ਤੇ ਮੇਲ ਗਮੀਟ ਦੀ ਫਿਊਜ਼ਨ ਤੋਂ ਬਣਦਾ ਡਿਪਲੋਇਡ ਜ਼ਾਈਗੋਟ ਐਂਡ ਪੋਲਰ ਨਿਊਕਲੀਆ ਤੇ ਮੇਲ ਗਮੀਟ ਦੀ ਫਿਊਜ਼ਨ ਤੋਂ ਬਣੇਗਾ ਟ੍ਰਿਪਲ ਪ੍ਰਾਇਮਰੀ ਐਂਡੋਸਪਰਮ ਨਿਊਕਲੀਅਸ, ਠੀਕ ਹੈ, PEN, ਠੀਕ ਹੈ, ਜਿਹੜਾ ਕਿ ਪ੍ਰਾਇਮਰੀ ਐਂਡੋਸਪਰਮ ਸੈਲ ਦੇ ਅੰਦਰ ਪ੍ਰੈਜ਼ੈਂਟ ਹੁੰਦਾ ਗਾ। ਜ਼ਾਈਗੋਟ ਡਿਵੈਲਪਸ ਇਨਟੂ ਦ ਐਂਬਰੀਓ, ਜ਼ਾਈਗੋਟ ਐਂਬਰੀਓ ਦੇ ਵਿੱਚ ਡਿਵੈਲਪ ਹੋ ਜਾਂਦਾ ਐਂਡ ਪ੍ਰਾਇਮਰੀ ਐਂਡੋਸਪਰਮ ਸੈਲ ਜਿਹੜਾ ਹੈਗਾ ਉਹ ਐਂਡੋਸਪਰਮ ਟਿਸ਼ੂ ਬਣਾਉਂਦਾ ਗਾ। ਫਾਰਮੇਸ਼ਨ ਆਫ ਐਂਡੋਸਪਰਮ ਆਲਵੇਜ਼ ਪ੍ਰੀਸੀਡਸ ਡਿਵੈਲਪਮੈਂਟ ਆਫ ਦ ਐਂਬਰੀਓ, ਠੀਕ ਹੈ, ਐਂਡੋਸਪਰਮ ਹਮੇਸ਼ਾ ਐਂਬਰੀਓ ਦੀ ਡਿਵੈਲਪਮੈਂਟ ਤੋਂ ਪਹਿਲਾਂ ਹੁੰਦੀ ਹੈ, ਠੀਕ ਹੈ, ਬਿਕੋਜ਼ ਐਂਡੋਸਪਰਮ ਦਾ ਕੰਮ ਹੁੰਦਾ ਹੈਗਾ ਐਂਬਰੀਓ ਨੂੰ, ਡਿਵੈਲਪਿੰਗ ਐਂਬਰੀਓ ਨੂੰ ਨਰਿਸ਼ਮੈਂਟ ਪ੍ਰੋਵਾਈਡ ਕਰਨਾ। ਅਗਰ ਐਂਡੋਸਪਰਮ ਖੁਦ ਹੀ ਨਹੀਂ ਡਿਵੈਲਪ ਹੋਇਆ ਹੋਊਗਾ ਤਾਂ ਨਰਿਸ਼ਮੈਂਟ ਕੀ ਖਾਕ ਪ੍ਰੋਵਾਈਡ ਕਰੂਗਾ। The developing embryo passes through the different stages such as the pro-embryo, globular, heart-shaped stages before maturation. Developing embryo काफ़ी सारी stages ਦੇ through ਜਾਂਦਾ ਹੈਗਾ, ਠੀਕ ਹੈ। ਸਭ ਤੋਂ ਪਹਿਲਾਂ pro embryo ਬਣਦਾ, ਉਸ ਤੋਂ ਬਾਅਦ ਫਿਰ globular, ਫਿਰ heart-shaped, ਫਿਰ mature embryo, right? Mature dicotyledonous embryo has 2 cotyledons, ਠੀਕ ਹੈ। ਜਿਹੜਾ mature dicot embryo ਹੁੰਦਾ ਉਹਦੇ ਕੋਲ 2 cotyledons ਹੁੰਦੇ ਆ ਤੇ ਇੱਕ embryonal axis ਹੁੰਦੀ ਆ, ਠੀਕ ਹੈ। embryonal axis ਦੇ ਕੋਲ epicotyl ਤੇ hypocotyl ਹੁੰਦੇ ਆ। Embryos of monocotyledons have a single cotyledon. ਜਿਹੜੇ ਮੋਨੋਕੋਟਸ ਹੁੰਦੇ ਉਹਨਾਂ ਦੇ ਐਂਬਰੀਓ ਦੇ ਕੋਲ ਸਿਰਫ ਤੇ ਸਿਰਫ ਇੱਕੋ ਹੀ ਕੋਟੀਲੇਡਨ ਹੁੰਦੀ ਹੈ, ਇਸੇ ਕਰਕੇ ਉਹਨਾਂ ਨੂੰ ਮੋਨੋਕੋਟ ਕਿਹਾ ਜਾਂਦਾ, ਠੀਕ ਹੈ, ਮੋਨੋਕੋਟੀਲੇਡਨਸ ਕਿਹਾ ਜਾਂਦਾ ਗਾ। After fertilization, ovary develops into fruit and ovules develop into seed, ਠੀਕ ਹੈ। ਫਰਟੀਲਾਈਜੇਸ਼ਨ ਤੋਂ ਬਾਅਦ ਜਿਹੜੀ ਓਵਰੀ ਆ ਉਹ ਫਰੂਟ ਦੇ ਵਿੱਚ ਡਿਵੈਲਪ ਹੋ ਜਾਂਦੀ ਹੈ ਤੇ ਜਿਹੜੇ ਓਵਿਊਲਸ ਨੇ ਹੋ ਗਿਆ ਸੀਡ ਦੇ ਵਿੱਚ ਡਿਵੈਲਪ ਹੋ ਜਾਂਦੇ ਨੇ। A phenomena called apomixis is found in angiosperms, ਠੀਕ ਹੈ। apomixis ਨਾਮ ਦਾ ਇੱਕ ਫੈਨੋਮੀਨਾ ਵੀ ਆਪਾਂ ਨੂੰ angiosperms ਦੇ ਵਿੱਚ ਦੇਖਣ ਨੂੰ ਮਿਲਦਾ ਹੈਗਾ, particularly in grasses ਦੇ ਵਿੱਚ ਆਪਾਂ ਨੂੰ ਇਹ ਫੈਨੋਮੀਨਾ ਦੇਖਣ ਨੂੰ ਮਿਲਦਾ। It results in the formation of seeds without fertilization. ਐਪੋਮਿਕਸਿਸ ਦੇ ਵਿੱਚ ਕੀ ਹੁੰਦਾ, ਜਿਹੜੇ ਸੀਡਸ ਨੇ ਉਹ ਫਰਟੀਲਾਈਜੇਸ਼ਨ ਤੋਂ ਬਿਨਾਂ ਹੀ ਡਿਵੈਲਪ ਕਰਦੇ ਆ। ਐਪੋਮਿਕਸ ਹੈਵ ਸੈਵਰਲ ਐਡਵਾਂਟੇਜਸ ਇਨ ਹਾਰਟੀਕਲਚਰ ਐਂਡ ਐਗਰੀਕਲਚਰ, ਜਿਹੜੇ ਐਪੋਮਿਕਸ ਨੇ, ਠੀਕ ਹੈ, ਉਹਨਾਂ ਦੇ ਕੋਲ ਕਾਫੀ ਸਾਰੇ ਐਡਵਾਂਟੇਜਸ ਹੁੰਦੇ ਆ ਹਾਰਟੀਕਲਚਰ ਦੇ ਵਿੱਚ ਤੇ ਐਗਰੀਕਲਚਰ ਦੇ ਵਿੱਚ। ਐਗਰੀਕਲਚਰ ਇਜ਼ ਦ ਕਲਟੀਵੇਸ਼ਨ ਆਫ ਕ੍ਰੌਪਸ ਤੇ ਹਾਰਟੀਕਲਚਰ ਇਜ਼ ਦ ਕਲਟੀਵੇਸ਼ਨ ਆਫ ਵੈਜੀਟੇਬਲਸ, ਠੀਕ ਹੈ। Some angiosperms produce more than one embryo in their seeds. ਕੁਛ ਜਿਹੜੇ angiosperm ਨੇ ਆਪਦੇ ਸੀਡ ਦੇ ਅੰਦਰ ਇੱਕ ਤੋਂ ਵੱਧ ਐਂਬਰੀਓ ਪ੍ਰੋਡਿਊਸ ਕਰਦੇ ਆ ਤੇ ਇਸ ਫੈਨੋਮੀਨਾ ਨੂੰ ਕਿਹਾ ਜਾਂਦਾ ਹੈਗਾ ਪੋਲੀਐਂਬਰੀਓਨ। ਸੋ ਹੇਅਰ ਦ ਚੈਪਟਰ ਐਂਡਸ। ਬਹੁਤ ਸਾਰੇ ਪਾਰਟਸ ਹੋ ਗਏ, 11-12 ਪਾਰਟ ਹੋ ਗਏ ਆਈ ਨੋ, ਬਟ ਗ੍ਰੇਟ ਐਂਡਿੰਗ ਇਟ ਵਾਸ। ਤੇ ਚੈਪਟਰ ਨੂੰ ਪੂਰੀ ਤਰ੍ਹਾਂ ਸਮਝਣ ਲਈ ਸ਼ੁਰੂ ਦੇ ਪਾਰਟਸ ਤੋਂ ਸਾਰੇ ਰਿਵਾਈਜ਼ ਕਰਿਓ ਤੇ ਤੋਂ ਬਾਅਦ ਇੱਕ ਫੁੱਲ ਚੈਪਟਰ ਦੀ ਵੀ ਰਿਵੀਜ਼ਨ ਆਉਣੀ ਹੈ, ਠੀਕ ਹੈ। ਥੈਂਕਸ ਫॉर वाचिंग।